पंजाब पुलिस मुर्दाबाद, पंजाब पुलिस मुर्दाबाद, पंजाब पुलिस मुर्दाबाद, थाने दा SHO मुर्दाबाद, थाना मुखी मुर्दाबाद, दोषियां नूं बचाउण वाला SHO मुर्दाबाद, दोषियां नूं बचाउण वाला SHO मुर्दाबाद, SHO नूं पुलिस लैन लगाओ, SHO नूं पुलिस लैन लगाओ, दोषियां खिलाफ सख्त तो सख्त कार्रवाई करो। पंजाब पुलिस मुर्दाबाद, भीखी पुलिस मुर्दाबाद, भीखी पुलिस मुर्दाबाद। सत श्री अकाल जी। बाणी लिखण की लोड़ क्यों पई? फेसबुक पेज ते यूट्यूब चैनल ते आप सब का स्वागत है। दोस्तों अज आप पहुंचे हैं भीखी दे विच, थाना सिटी दे बाहर धरना लग्या होया। ये धरना लगाया गया मुसलमान भाईचारे दे वल्लों। आ तुसीं देख सकते हो सारा भाईचारा इत्थे इकट्ठा होया बैठा है। थाना सिटी दे बाहर धरना लग्या होया। सो दोस्तों इत्थों दे मस्जिद दे जिहड़े मौलवी साहब सी उन्हां दी मौत हो गई। उस दे विच ਕਿਸੇ ਦਾ ਹੱਥ ਹੋਣ ਦੀ ਜਿਹੜੀ ਸ਼ੰਕਾ ਪਰਿਵਾਰ ਵੱਲੋਂ ਜਤਾਈ ਗਈ ਹੈ। ਉਹਨਾਂ ਦਾ ਸੁਸਾਈਡ ਨੋਟ ਵੀ ਸੀਗਾ ਤੇ ਉਹਨਾਂ ਦੇ ਜਿਹੜੇ ਪਰਚਾ ਬਣਦਾ ਸੀਗਾ ਉਹ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ, ਤਾਂ ਪਰਿਵਾਰ ਵੱਲੋਂ ਇੱਥੇ ਧਰਨਾ ਲਾਇਆ ਗਿਆ। ਤੇ ਇਹਨਾਂ ਦੇ ਹੱਕ ਦੇ ਵਿੱਚ ਸਾਡੇ ਬਹੁਜਨ ਸਮਾਜ ਪਾਰਟੀ ਦੇ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਆਏ ਨੇ। ਦੇਖੋ ਬਹੁਤ ਵਧੀਆ ਗੱਲ ਹੈ, ਜਾਤਾਂ ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਆਓ ਆਪਾਂ ਗੱਲ ਕਰਦੇ ਹਾਂ ਕੁਲਦੀਪ ਸਿੰਘ ਜੀ ਸਰਦੂਲਗੜ੍ਹ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਅੱਛਾ ਵੀਰ ਜੀ, ਤੁਸੀਂ ਪਹੁੰਚੇ ਹੋ ਭੀਖੀ ਦੇ ਵਿੱਚ, ਥਾਣਾ ਸਿਟੀ ਦੇ ਬਾਹਰ ਤੁਸੀਂ ਨੇ ਧਰਨਾ ਲਗਾਇਆ ਹੋਇਆ, ਤੇ ਇਹ ਧਰਨਾ ਕਿਸ ਸਬੰਧ ਦੇ ਵਿੱਚ ਲਗਾਇਆ ਹੋਇਆ? ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ। ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਇਆ ਕਿ ਮਾਨਸ ਕੀ ਜਾਤ ਸਭੇ ਏਕ ਪਛਾਨਵੋ। ਉਹਦੇ ਤਹਿਤ ਅਸੀਂ ਦੇਖਿਆ ਕਿ ਭੀਖੀ ਥਾਣੇ ਦੇ ਵਿੱਚ, ਇੱਥੇ ਇੱਕ ਭੀਖੀ ਕਸਬੇ ਦੇ ਵਿੱਚ ਸਾਡੇ ਬਹੁਤ ਹੀ ਪਾਕ ਪਵਿੱਤਰ ਰੂਹ, ਬੜੇ ਅੱਛੇ ਇਨਸਾਨ ਮੌਲਾਨਾ ਬੁਖਾਰੀ ਜੀ, ਜਿਹੜੇ ਲੰਬੇ ਸਮੇਂ ਤੋਂ ਭੀਖੀ ਦੇ ਵਿੱਚ ਸਿਰਫ ਕੁਦਰਤ ਦੇ ਰੰਗਾਂ ਦੇ ਵਿੱਚ ਰਹਿ ਕੇ ਖੁਦਾ ਦੀ ਬੰਦਗੀ ਕਰਦੇ ਸੀ, ਪਰ ਕੁਝ ਸ਼ਰਾਰਤੀ ਅਨਸਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਕੰਮ ਕਰਦੇ ਸੀ। 12ਵੇਂ ਮਹੀਨੇ ਦੇ ਵਿੱਚ ਮੌਲਾਨਾ ਸਾਹਿਬ ਨੇ ਮੈਨੂੰ ਵੀ ਇਸ ਗੱਲ ਬਾਰੇ ਦੱਸਿਆ ਤੇ ਮੈਂ ਉਸ ਸਮੇਂ ਦੇ SHO ਸਾਹਿਬ ਨੂੰ ਬੇਨਤੀ ਕੀਤੀ, ਤਾਂ ਉਸ ਸਮੇਂ ਉਹ ਮਸਲਾ ਟਿਕ ਗਿਆ। ਫਿਰ ਮੈਨੂੰ 15-20 ਦਿਨਾਂ ਬਾਅਦ ਪਤਾ ਲੱਗ ਗਿਆ ਵੀ ਉਹ ਫਿਰ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ ਮੌਲਾਨਾ ਸਾਹਿਬ ਨੂੰ ਸ਼ੁਰੂ ਕਰ ਦਿੱਤਾ ਸੀ। ਤਾਂ ਉਹਨਾਂ ਨੇ ਫਿਰ ਉਹਨਾਂ ਤੋਂ ਦੁਖੀ ਹੋ ਕੇ, ਅੱਕ ਕੇ, ਸਾਡੇ ਸਰਵਰ ਕੁਰੈਸ਼ੀ ਜੀ ਨੇ ਵੀ ਸਾਨੂੰ ਦੱਸਿਆ, ਅੱਕ ਕੇ ਬੁਰੀ ਤਰ੍ਹਾਂ ਆਪਣੀ ਜੀਵਨ ਕਹਾਣੀ ਖਤਮ ਕਰ ਲਈ, ਨਾਲ ਸੁਸਾਈਡ ਨੋਟ ਲਿਖਤਾ। ਸੁਸਾਈਡ ਨੋਟ ਦੇ ਵਿੱਚ 4 ਨਾਮ ਨੇ ਤੇ ਚਾਰੇ ਦੋਸ਼ੀ। ਪਰਚਾ ਦਰਜ ਹੋ ਗਿਆ, 306 ਦਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ, ਸਖਤ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੀ ਆ ਤੇ ਇੱਥੋਂ ਦੇ SHO ਸਾਹਿਬ ਦੋਸ਼ੀਆਂ ਦੇ ਮਦਈ ਬਣੇ ਖੜੇ ਨੇ, ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ। ਪਰ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਨੂੰ ਅਸੀਂ ਲੈ ਕੇ ਚੱਲੇ ਹੋਏ ਆ। ਅਸੀਂ ਕੋਸ਼ਿਸ਼ ਕਰਦੇ ਆ ਕਿ ਕੋਈ ਵੀ ਘੱਟ ਗਿਣਤੀ ਭਾਈਚਾਰੇ ਦੇ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਤਾਂ ਬਹੁਜਨ ਸਮਾਜ ਪਾਰਟੀ ਉਹ ਪਰਿਵਾਰ ਦਾ ਸਾਥ ਦੇਣ ਦਾ ਕੰਮ ਕਰਦੀ ਹੈ। ਤਾਂ ਮੌਲਾਨਾ ਜੀ ਨੂੰ ਅੱਜ ਅਸੀਂ ਭੀਖੀ ਥਾਣੇ ਦੇ ਅੱਗੇ ਇਨਸਾਫ ਦਿਵਾਉਣ ਵਾਸਤੇ ਇਕੱਠੇ ਹੋਏ ਆ। ਦੋਸ਼ੀਆਂ ਨੂੰ, ਕਿਉਂਕਿ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਾਲੇ ਅੱਜ ਕੱਲ ਕਰਨ ਤੇ ਲੱਗੇ ਹੋਏ ਆ। ਕਦੇ ਕਹਿ ਰਹੇ ਨੇ ਕਿ ਨੋਟ ਦੇ ਵਿੱਚ ਸੈਨ ਫਰਕ ਲੱਗਦਾ, ਅਸੀਂ ਜਾਂਚ ਕਰਾ ਲੈਣਗੇ। ਇਹ ਤਾਂ ਮਾਣਯੋਗ ਅਦਾਲਤਾਂ ਵੀ ਕਰਾ ਲੈਣਗੀਆਂ। ਬਿਲਕੁਲ, ਇਹ ਤਾਂ ਕਾਨੂੰਨ, ਅਸੀਂ ਕਾਨੂੰਨ ਦੀ ਇੱਜ਼ਤ ਕਰਦੇ ਆ, ਤਾਂ ਅਸੀਂ ਸੰਵਿਧਾਨ ਦਾ ਸਤਿਕਾਰ ਕਰਦੇ ਆ, ਤਾਂ ਫਿਰ ਇਹ ਅਦਾਲਤਾਂ ਦਾ ਕੰਮ ਕਰਾ ਲੈਣਗੇ। ਤੁਸੀਂ ਦੋਸ਼ੀਆਂ ਨੂੰ ਕਿਉਂ ਬਚਾਉਣ ਤੇ ਲੱਗੇ ਹੋਏ? ਇੱਥੋਂ ਦਾ SHO ਸਾਹਿਬ ਦਾ ਤਾਂ ਐਂ ਲੱਗਦਾ ਜਿਵੇਂ SHO ਘੱਟ, ਉਹਨਾਂ ਦੇ ਮਦਈ ਜ਼ਿਆਦੇ ਨੇ, ਉਹਨਾਂ ਦੇ ਵਕੀਲ ਬਣੇ ਹੋਏ ਨੇ। ਇਸ ਕਰਕੇ ਅਸੀਂ ਇੱਥੋਂ ਦੇ ਸੁੱਤੇ ਹੋਏ ਪ੍ਰਸ਼ਾਸਨ ਨੂੰ, ਕਿਉਂਕਿ ਸਰਕਾਰ ਵੀ ਸੁੱਤੀ ਹੋਈ ਆ, ਘੱਟ ਗਿਣਤੀਆਂ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜ਼ੁਲਮ ਹੋ ਰਿਹਾ, ਪੰਜਾਬ ਦੇ ਵਿੱਚ ਸਿੱਖਾਂ ਤੇ ਮੁਸਲਿਮ ਭਾਈਚਾਰੇ ਦੇ ਘੱਟ ਗਿਣਤੀ ਲੋਕਾਂ ਦੇ ਉੱਤੇ ਹਮੇਸ਼ਾ ਸਰਕਾਰਾਂ ਜ਼ੁਲਮ ਕਰਦੀਆਂ, ਤੇ ਆ ਜ਼ੁਲਮ ਦੀ ਸੱਚੀ ਕਹਾਣੀ ਆ।
306 ਦਾ ਪਰਚਾ ਹੋਣ ਦੇ ਬਾਵਜੂਦ ਵੀ ਦੋਸ਼ੀ ਚਾਰੇ ਵਾਰ ਨੇ। ਰਾਜੀਨਾਮੇ ਦੀਆਂ ਪੇਸ਼ਕਸ਼ਾਂ ਪੁਲਿਸ ਦਬਾ ਕੇ ਪ੍ਰੈਸ਼ਰਾਈਜ਼ ਕਰਕੇ ਪਰਿਵਾਰ ਨੂੰ, ਕੁਝ ਇੱਥੋਂ ਦੇ ਲੋਕ ਰਾਜੀਨਾਮਾ ਕਰਾਉਣਾ ਚਾਹੁੰਦੇ ਨੇ। ਪਰਿਵਾਰ ਇਸ ਗੱਲ ਨਾਲ ਸਹਿਮਤ ਨਹੀਂ। ਕੋਈ ਮਰਨਾ ਸੌਖਾ ਨਹੀਂ ਹੁੰਦਾ। ਬੜੀ ਤੜਫ ਕੇ ਉਹਨਾਂ ਨੇ ਜਾਨ ਦਿੱਤੀ ਆ ਤੇ ਸੁਸਾਈਡ ਨੋਟ ਲਿਖਿਆ। ਤੇ ਮੈਂ ਮਾਨਯੋਗ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਕਿ ਤੁਸੀਂ ਯੋਗ ਅਫਸਰ ਹੋ ਜ਼ਿਲ੍ਹੇ ਦੇ, ਤੁਹਾਡਾ ਫਰਜ਼ ਬਣਦਾ ਕਿ ਦੋਸ਼ੀ ਫੜ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਭੇਜੋ। ਜਿਹੜੀ ਅਗਲੀ ਕਾਰਵਾਈ ਆ ਉਹ ਅਦਾਲਤਾਂ ਦੀ ਮਾਨਯੋਗ ਜੱਜ ਸਾਹਿਬਾਨ ਦੇਖ ਲੈਣਗੇ। ਅਸੀਂ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਇਕੱਠੇ ਹੋਏ ਆ। ਜੇ ਇਨਸਾਫ ਦਿਓਗੇ ਠੀਕ ਆ, ਤੇ ਨਹੀਂ ਕੱਲ ਨੂੰ ਵੱਡੀ ਤਾਦਾਦ ਦੇ ਵਿੱਚ ਹੋਰ ਜਿਹੜੇ ਇਨਸਾਫ ਪਸੰਦ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ, ਮੁਸਲਿਮ ਭਾਈਚਾਰੇ ਵੱਡੇ ਸਮਾਜ ਨੂੰ ਨਾਲ ਲੈ ਕੇ ਰੋਡ ਜਾਮ ਕਰਨ ਦਾ ਅਸੀਂ ਕੰਮ ਕਰਾਂਗੇ। ਇਹ ਤੁਸੀਂ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਦੇ ਰਹੇ ਹੋ ਕਿ ਜੇਕਰ ਇਨਸਾਫ ਨਹੀਂ ਕੀਤਾ ਜਾਂਦਾ ਤਾਂ ਚੱਕਾ ਜਾਮ ਕਰਿਆ ਜਾਊਗਾ। ਅਸੀਂ ਪ੍ਰਸ਼ਾਸਨ ਨੂੰ ਵਾਰਨਿੰਗ ਦੇਣ ਵਾਲੇ ਕੌਣ ਹੁੰਨੇ ਆ? ਵਾਰਨਿੰਗ ਤਾਂ ਸੂਬਾ ਸਰਕਾਰਾਂ ਵਾਲੇ ਦੇਈ ਜਾਂਦੇ ਆ। ਅਸੀਂ ਤਾਂ ਬੇਨਤੀ ਕਰਦੇ ਆ, ਜੇ ਪ੍ਰਸ਼ਾਸਨ ਹੀ ਇਨਸਾਫ ਦੇਵੇ ਤਾਂ ਫਿਰ ਥਾਣਿਆਂ ਮੂਹਰੇ ਬੈਠਣ ਦੀ ਕੀ ਲੋੜ ਆ? ਫਿਰ ਆਹ ਦਰੀਆਂ ਤੇ ਬੈਠਣਾ ਧੁੱਪ ਦੇ ਸਮਿਆਂ ਦੇ ਵਿੱਚ ਜਾਂ ਰੋਡਾਂ ਨੂੰ ਰੋਕਣਾ ਸਾਡਾ ਕੋਈ ਜੀ ਨਹੀਂ ਕਰਦਾ। ਪੰਜਾਬ ਦੇ ਜਦੋਂ ਦੀ ਸਰਕਾਰ ਬਣੀ ਆ, ਇਹ ਹਾਲਾਤ ਬਣ ਗਏ। ਕੋਈ ਵੀ ਮੰਗ ਮੰਗਣੀ ਆ, ਕੋਈ ਵੀ ਜ਼ੁਲਮ ਦੇ ਖਿਲਾਫ ਕਾਰਵਾਈ ਕਰਾਉਣੀ ਆ, ਪੁਲਿਸ ਐਪਲੀਕੇਸ਼ਨਾਂ ਤੋਂ ਸੁਣਨਾ ਹੀ ਬੰਦ ਕਰਤਾ। ਸੁਣੀ ਨਹੀਂ ਰਹੇ, ਧਰਨੇ ਲਾ ਕੇ ਇਹਨਾਂ ਨੂੰ ਜਗਾਉਣਾ ਪੈਂਦਾ। ਸਾਡੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚੇਤਾਵਨੀ ਇਹ ਆ ਕਿ ਤੁਸੀਂ ਮਾੜੇ ਕੰਮਾਂ ਨੂੰ ਛੱਡੋ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕੋ। ਜੀ ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਇੱਥੋਂ ਦੇ ਮੌਲਵੀ ਸਾਹਿਬ, ਮੌਲਾਨਾ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਜੀ? मैं मोहम्मद रमज़ान नईमी, सदर आल इंडिया उलमा मशाइख बोर्ड पंजाब। ਜੀ ਅੱਜ हज़रत अल्लामा मौलाना सैयद शफीक अहमद बुखारी साहब ਨੂੰ ਇਨਸਾਫ ਦਿਵਾਉਣ ਵਾਸਤੇ ਇੱਥੇ ਹਰੇਕ ਵਰਗ, ਹਰੇਕ ਭਾਈਚਾਰੇ ਦੇ ਲੋਕ, ਇਨਸਾਫ ਪਸੰਦ ਲੋਕ ਸਾਰੇ ਇਕੱਠੇ ਹੋਏ ਨੇ। ਮੈਂ ਪੰਜਾਬ ਸਰਕਾਰ ਤੇ ਸ਼ਾਸਨ ਤੇ ਪ੍ਰਸ਼ਾਸਨ ਜੀ ਦੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਜਲਦ ਤੋਂ ਜਲਦ ਬੁਖਾਰੀ ਸਾਹਿਬ ਦੇ ਵਾਰਸਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ, ਮਜਬੂਰ ਕੀਤਾ ਹੈ ਬੁਖਾਰੀ ਸਾਹਿਬ ਨੂੰ, ਉਹਨਾਂ ਨੂੰ, ਦੋਸ਼ੀਆਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਸੋ ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਪਾਂ ਪਹੁੰਚੇ ਹਾਂ ਭਿੱਖੀ ਦੇ ਵਿੱਚ। ਸ਼੍ਰੀ ਮੌਲਾਨਾ ਆਜ਼ਾਦ ਜੀ ਜਿਹੜੇ ਮਸਜਿਦ ਦੇ ਮੌਲਵੀ ਸਾਹਿਬ ਨੇ, ਉਹਨਾਂ ਦੀ ਮੌਲਾਨਾ ਬੁਖਾਰੀ ਜੀ, ਉਹਨਾਂ ਦੇ ਜਿਹੜੇ ਸੁਸਾਈਡ ਦੇ ਕਰਕੇ ਇੱਥੇ ਧਰਨਾ ਲੱਗਿਆ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਦੀ ਇੱਕ ਸਾਜ਼ਿਸ਼ ਦੇ ਤਹਿਤ ਹੱਤਿਆ ਕੀਤੀ ਗਈ ਹੈ। ਉਸ ਮਾਮਲੇ 'ਚ ਸਾਡੇ ਨਾਲ ਭੈਣ ਰਾਣੀ ਕੌਰ ਜੀ ਮੌਜੂਦ ਨੇ ਤੇ ਪਰਿਵਾਰਕ ਮੈਂਬਰ ਮੌਲਾਨਾ ਬੁਖਾਰੀ ਜੀ ਦੀ ਬੇਟੀ ਨੇ। ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਭੈਣ ਜੀ, ਤੁਸੀਂ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਣ ਦੇ ਨਾਤੇ ਮੁਸਲਿਮ ਪਰਿਵਾਰ ਦੇ ਨਾਲ ਖੜੇ ਹੋ, ਇੱਕ ਔਰਤ ਦੇ ਦਰਦ ਨੂੰ ਸਮਝਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਖੜੇ ਹੋ। ਇਹ ਤੁਹਾਡਾ ਜਿਹੜਾ ਬਹੁਤ ਵਧੀਆ ਗੱਲ ਹੈ ਤੁਸੀਂ ਸੋਚੀ ਹੈ, ਬਹੁਤ ਵਧੀਆ ਸੋਚ ਤੇ ਤੁਸੀਂ ਚੱਲ ਰਹੇ ਹੋ, ਕਿਉਂਕਿ ਗੁਰਬਾਣੀ ਵੀ ਇਹੀ ਚਲਾਉਂਦੀ ਹੈ, ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਵੋ। ਜਾਤਾਂ ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਤੁਸੀਂ ਇਸ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹੋ। ਕੀ ਕਹਿਣਾ ਚਾਹੁੰਦੇ ਜੀ? ਦੇਖੋ, ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ। ਹਿੰਦੂ, ਮੁਸਲਿਮ, ਸਿੱਖ, ਈਸਾਈ ਅਸੀਂ ਸਾਰੇ ਭਾਈ ਭਾਈ ਜੀ। ਔਰ ਜਿੱਦਾਂ ਗੁਰਬਾਣੀ ਦਾ ਸ਼ਬਦ ਹੈ, ਜਬੇ ਬਨ ਲਾਗੇ ਤਬੇ ਰੁੱਸ ਜਾਗੇ। ਜਦੋਂ ਕਿਸੇ ਦੀ ਦੁੱਖ ਦੀ ਰਗ ਤੇ ਕੋਈ ਹੱਥ ਰੱਖਦਾ ਤਾਂ ਸੱਚਮੁੱਚ ਤਕਲੀਫ ਹੁੰਦੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਮੌਲਾਨਾ ਬੁਖਾਰੀ ਜੀ, ਜਿਨ੍ਹਾਂ ਦਾ ਪੂਰੇ ਮੁਸਲਮਾਨ ਭਾਈਚਾਰੇ ਨੂੰ ਘਾਟਾ ਨਹੀਂ ਪਿਆ, ਸਮੁੱਚੀ ਕੌਮ ਨੂੰ ਘਾਟਾ ਪਿਆ, ਸਿੱਖ ਭਾਈਚਾਰੇ ਨੂੰ ਵੀ ਘਾਟਾ ਪਿਆ, ਗਰੀਬ ਸਮਾਜ ਨੂੰ ਵੀ ਘਾਟਾ ਪਿਆ। ਸੋ ਉਹਨਾਂ ਦਾ ਜਿਹੜਾ, ਜਿੱਥੇ ਉਹ ਆਪਣਾ ਗੁਰੂ ਸਾਹਿਬ ਨੂੰ ਯਾਦ ਕਰਦੇ ਸੀ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਭਜਨ ਬੰਦਗੀ ਕਰਦੇ ਸੀ, ਉੱਥੇ ਕੁਝ ਸ਼ਰਾਰਤੀ ਅਨਸਰ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਦੇ ਸੀ। ਔਰ ਮੌਲਵੀ ਜੀ ਨੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਅੱਗੇ ਵੀ ਆਪਣੀ ਗੁਹਾਰ ਲਾਈ ਸੀ ਔਰ ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਇਹ ਮੈਟਰ ਨੂੰ ਲੈ ਕੇ ਆਏ ਸੀ, ਪਰ ਪ੍ਰਸ਼ਾਸਨ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਹੈਗਾ। ਔਰ ਮੌਲਾਨਾ ਬੁਖਾਰੀ ਜੀ ਇੱਕ ਦਿਨ ਦੁਖੀ ਹੋ ਕੇ, ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਤੋਂ ਤੰਗ ਹੋ ਕੇ, ਉਹਨਾਂ ਨੇ ਇੱਕ ਦਿਨ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੋਈ ਚੰਗਾ ਇਨਸਾਨ ਜਦੋਂ ਦੁਨੀਆ ਤੋਂ ਜਾਂਦਾ ਨਾ, ਉਹਦਾ ਇਕੱਲੇ ਪਰਿਵਾਰ ਨੂੰ ਘਾਟਾ ਨਹੀਂ ਪੈਂਦਾ, ਹੋਰ ਵੀ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ। ਬਿਲਕੁਲ,
ਇਹ ਜਿਹੜੇ ਮੌਲਾਨਾ ਬੁਖਾਰੀ ਜੀ ਇਸ ਦੁਨੀਆ ਤੋਂ ਰੁਖਸਤ ਹੋਏ ਨੇ, ਇਹਦਾ ਸਮੁੱਚੀ ਮੁਸਲਮਾਨ ਭਾਈਚਾਰੇ ਨੂੰ ਘਾਟਾ ਨਹੀਂ ਪਿਆ ਹੈਗਾ, ਸਮੁੱਚੀ ਕੌਮ ਨੂੰ ਘਾਟਾ ਪਿਆ ਹੈ, ਸਿੱਖ ਪੰਥ ਨੂੰ ਵੀ ਘਾਟਾ ਪਿਆ ਹੈ। ਸੋ ਉਹਨਾਂ ਦੀਆਂ 2 ਬੇਟੀਆਂ ਨੇਗੀਆਂ, ਦੇਖੋ ਅੱਜ ਉਹ ਗੁਹਾਰ ਲਾ ਰਹੀਆਂ ਨੇਗੀਆਂ, ਤੜਫ ਰਹੀਆਂ ਨੇਗੀਆਂ, ਉਹਨਾਂ ਦਾ ਕੋਈ ਸਹਾਰਾ ਨਹੀਂ ਹੈ। ਉਹਨਾਂ ਸ਼ਰਾਰਤੀ ਅਨਸਰਾਂ ਨੇ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ। ਦੇਖੋ ਇਹ ਕਿੰਨੀ ਵੱਡੀ ਬੇਇਨਸਾਫੀ ਉਹਨਾਂ ਬੱਚੀਆਂ ਦੇ ਨਾਲ ਹੋਈ ਹੈ, ਔਰ ਪੁਲਿਸ ਪ੍ਰਸ਼ਾਸਨ ਬਿਲਕੁਲ ਇਸ ਮੈਟਰ ਵੱਲ ਧਿਆਨ ਨਹੀਂ ਦੇ ਰਿਹਾ। ਔਰ ਮੈਂ ਤੁਹਾਨੂੰ ਇੱਕ ਬਹੁਤ ਹੀ ਮਤਲਬ ਹੈਰਾਨੀਜਨਕ ਘਟਨਾ ਦੱਸਣਾ ਚਾਹੁੰਦੀ ਹਾਂ ਕਿ ਮੌਲਵੀ ਸਾਹਿਬ ਆਪਣੇ ਹੱਥਾਂ ਦੇ ਨਾਲ ਸੁਸਾਈਡ ਲੈਟਰ ਲਿਖ ਕੇ ਗਏ ਔਰ 4 ਸ਼ਰਾਰਤੀ ਅਨਸਰਾਂ ਦੇ ਨਾਮ ਵੀ ਬਕਾਇਦਾ ਲਿਖ ਕੇ ਗਏ ਅੱਛਾ ਆ। ਜੀ, ਉਹ ਜਿਹੜੇ 4 ਸ਼ਰਾਰਤੀ ਅਨਸਰਾਂ ਦੇ ਨਾਮ ਨੇ ਉਹ ਪੁਲਿਸ ਕੋਲ ਪਹੁੰਚ ਗਏ ਨਾ? ਬਿਲਕੁਲ ਬਿਲਕੁਲ ਜੀ, ਉਹ ਪੁਲਿਸ ਦੇ ਬਿਲਕੁਲ ਧਿਆਨ ਦੇ ਵਿੱਚ ਆ। ਸੁਸਾਈਡ ਲੈਟਰ ਵੀ ਪੁਲਿਸ ਦੇ ਹੱਥ ਲੱਗ ਚੁੱਕਾ ਆ, ਔਰ ਪੁਲਿਸ ਦੀ ਜਿਹੜੀ ਢਿੱਲੀ ਕਾਰਜਗੁਜ਼ਾਰੀ ਆ, ਇਹ ਸਿਸਟਮ ਤੇ ਬੜੇ ਸਵਾਲ ਖੜੇ ਕਰਦੀ ਹੈ, ਬੜੇ ਸਿਸਟਮ ਤੇ ਸਵਾਲ ਖੜੇ ਕਰਦੀ ਹੈ, ਮੌਜੂਦਾ ਸਰਕਾਰ ਤੇ ਸਵਾਲ ਖੜੇ ਕਰਦੀ ਹੈ। ਔਰ ਪੁਲਿਸ ਨੂੰ ਜਦੋਂ ਐਸਐਚਓ ਸਾਹਿਬ ਨੂੰ ਅਸੀਂ ਮਿਲੇ ਆ, ਮਾਨਯੋਗ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਨੇ ਜਦ ਸੁਸਾਈਡ ਲੈਟਰ ਮਾਨਯੋਗ ਐਸਐਚਓ ਭੀਖੀ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ, ਤਾਂ ਉਹਨਾਂ ਨੇ ਇਹ ਗੱਲ ਆਖੀ ਆ ਕਿ ਇਸ ਲੈਟਰ ਦੇ ਵਿੱਚ ਲਿਖੀ ਹੋਈ ਜਿਹੜੀ ਮੌਲਾਨਾ ਬੁਖਾਰੀ ਸਾਹਿਬ ਦੀ ਲਿਖਾਈ ਹੈ, ਉਹਦੀ ਜਾਂਚ ਹੋਣੀ ਆ। ਦੇਖੋ ਇਹ ਬਿਲਕੁਲ ਸਪਸ਼ਟ ਹੈ ਕਿ ਉਹ ਜਾਂਚ ਮਾਨਯੋਗ ਹਾਈ ਕੋਰਟ ਜੀ ਕਰ ਸਕਦੇ ਆ। ਮਾਨਯੋਗ ਅਦਾਲਤ ਕੋਲੇ ਇਹ ਅਧਿਕਾਰ ਹੈਗਾ ਕਿ ਮੌਲਾਨਾ ਬੁਖਾਰੀ ਜੀ ਦੀ ਜਿਹੜੀ ਕਲਮ ਹੈ ਉਹਦੀ ਜਾਂਚ ਮਾਨਯੋਗ ਅਦਾਲਤ ਕਰੇ, ਪਰ ਪੁਲਿਸ ਕੋਲ ਤਾਂ ਇਹ ਸਵਾਲ ਹੀ ਨਹੀਂ ਬਣਦਾ। ਨਹੀਂ, ਉਹਨਾਂ ਦਾ ਕੰਮ ਤਾਂ ਬਣਦਾ ਹੈ ਮੌਕੇ ਦੀ ਜਿਹੜੀ ਕਾਰਵਾਈ ਹੈ, ਉਹ ਜਿਹੜੀ ਰੂਟੀਨ ਦੀ ਕਾਰਵਾਈ ਹੈ ਉਹ ਕਰਨ, ਉਹ ਦੋਸ਼ੀਆਂ ਨੂੰ ਅਰੈਸਟ ਕਰਨ ਤੇ ਉਹਨਾਂ ਦਾ ਅਦਾਲਤ ਦੇ ਵਿੱਚ ਪੇਸ਼ ਕਰਨ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੇ ਸਵਾਲ ਦੇ ਨਾਲ ਬਿਲਕੁਲ ਸਹਿਮਤ ਹਾਂ। ਔਰ ਮੈਂ ਮੰਚ ਤੇ ਵੀ ਬੋਲਿਆ ਸੀਗਾ ਕਿ ਜਦੋਂ ਮੌਲਾਨਾ ਬੁਖਾਰੀ ਜੀ ਨੇ ਆਪਣੇ ਹੱਥਾਂ ਦੇ ਨਾਲ ਇਹ ਲੈਟਰ ਲਿਖ ਦਿੱਤਾ, 4 ਦੋਸ਼ੀਆਂ ਦੇ ਬਕਾਇਦਾ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਨਾਮ ਲਿਖੇ ਹੈ, ਪੁਲਿਸ ਨੂੰ ਉਸ ਲੈਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਣਦਾ ਆ। ਔਰ ਉਸ ਤੋਂ ਬਾਅਦ ਪੁਲਿਸ ਦਾ ਕੰਮ ਹੈ, ਪਰਚੇ ਦਰਜ ਹੋਣਗੇ। ਪੁਲਿਸ ਮਾਨਯੋਗ ਹਾਈ ਕੋਰਟ ਜੀ ਦਾ ਕੰਮ ਹੈਗਾ, ਉਹ ਜੱਜ ਸਾਹਿਬ ਜਦੋਂ ਹੁਕਮ ਸੁਣਾਉਣਗੇ, ਜੇ ਉਹ ਨਿਰਦੋਸ਼ ਨੇ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ, ਜੇ ਦੋਸ਼ੀ ਨੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਤੇ ਤੰਗ ਹੋ ਕੇ ਅੱਜ ਜਿਹੜਾ ਹੈਗਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਮਾਨਯੋਗ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਦੀ ਅਗਵਾਈ ਦੇ ਵਿੱਚ ਮੁਸਲਮਾਨ ਭਾਈਚਾਰਾ, ਸਿੱਖ ਭਾਈਚਾਰਾ, ਦੇਖੋ ਤੁਸੀਂ ਕੈਮਰਾ ਘੁਮਾ ਕੇ ਦੇਖੋ ਕਿ ਮੁਸਲਮਾਨ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਸਿੱਖ ਭਾਈਚਾਰਾ ਵੀ ਖੜਾ ਆ। ਸਿੱਖ ਭਾਈਚਾਰਾ ਵੀ ਖੜਾ ਹੈ। ਬਹੁਤ ਵਧੀਆ ਗੱਲ ਹੈ। ਇੱਥੋਂ ਅਸੀਂ ਸਮਝਦੇ ਹਾਂ ਕਿ ਗੁਰੂਆਂ ਦੀ ਜਿਹੜੀ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸਹੀ ਤਰੀਕੇ ਨਾਲ ਪੰਜਾਬ ਦੇ ਵਿੱਚ ਏਦਾਂ ਹੋਣਾ ਚਾਹੀਦਾ ਕਿ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਮਨੁੱਖ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ ਮੌਲਾਨਾ ਬੁਖਾਰੀ ਜੀ ਨੂੰ ਇਨਸਾਫ ਦਿਵਾਉਣ ਦੇ ਲਈ ਸਮੁੱਚੀ ਸਿੱਖ ਭਾਈਚਾਰਾ, ਸਮੁੱਚੀ ਬਹੁਜਨ ਸਮਾਜ ਪਾਰਟੀ, ਜਿੰਨਾ ਟਾਈਮ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਸ਼ਰੇਆਮ ਘੁੰਮ ਰਹੇ ਨੇਗੇ, ਜਿੰਨਾ ਟਾਈਮ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਇਨਸਾਫ ਨਹੀਂ ਮੌਲਾਨਾ ਬੁਖਾਰੀ ਜੀ ਨੂੰ ਮਿਲਦਾ, ਅਸੀਂ ਇਦਾਂ ਹੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਤੇ ਆਪਾਂ ਭੈਣ ਜੀ ਨਾਲ ਗੱਲ ਕਰਦੇ ਆ, ਇਹਨਾਂ ਦੇ ਮੌਲਾਨਾ ਬੁਖਾਰੀ ਜੀ ਦੀ ਜਿਹੜੀ ਬੇਟੀ ਹੈ ਉਹਨਾਂ ਦੇ ਨਾਲ ਆਪਾਂ। ਭੈਣ ਜੀ ਦੇਖੋ, ਅਸੀਂ ਤੁਹਾਡੇ ਦੁੱਖ ਨੂੰ ਸਮਝ ਸਕਦੇ ਹਾਂ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਮੌਲਾਨਾ ਬੁਖਾਰੀ ਜੀ ਨੇ, ਉਹਨਾਂ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਹੋ ਜਾਂਦਾ ਹੈ ਤੇ ਉੱਪਰੋਂ ਬਣਦੀ ਕੋਈ ਕਾਰਵਾਈ ਨਹੀਂ ਹੁੰਦੀ, ਤੇ ਤੁਸੀਂ ਸਾਡੇ ਮਾਧਿਅਮ ਰਾਹੀਂ ਸਰਕਾਰ ਨੂੰ, ਪ੍ਰਸ਼ਾਸਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਜਲਦੀ ਤੋਂ ਜਲਦੀ ਜਿਹੜੇ 4 ਮੁਲਜ਼ਮ ਉਹਨਾਂ ਨੂੰ ਪਕੜਿਆ ਜਾਵੇ ਜੀ, ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਸ। ਠੀਕ ਹੈ। ਤੁਸੀਂ ਸੋ ਦੋਸਤੋ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਬੇਟੀ ਨੇ ਬਿਆਨ ਦਿੱਤਾ, ਸਰਕਾਰ ਨੂੰ ਮਦਦ ਦੇ ਲਈ ਗੁਹਾਰ ਲਾਈ ਹੈ, ਇਨਸਾਫ ਦੀ ਜਿਹੜੀ ਮੰਗ ਆ ਉਹ ਕਰ ਰਹੇ ਨੇ ਪ੍ਰਸ਼ਾਸਨ ਤੋਂ, ਤੇ ਪਰ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਜਿਹੜਾ ਪ੍ਰਸ਼ਾਸਨ ਹੈ ਉਹ ਦੋਸ਼ੀਆਂ ਦੇ ਪੱਖ ਦੇ ਵਿੱਚ ਭੁਗਤਦਾ ਨਜ਼ਰ ਆ ਰਿਹਾ। ਉਸੇ ਦੇ ਮੱਦੇਨਜ਼ਰ ਅੱਜ ਬਹੁਜਨ ਸਮਾਜ ਪਾਰਟੀ ਸਿੱਖ ਭਾਈਚਾਰੇ ਵੱਲੋਂ, ਮੁਸਲਮਾਨ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਇੱਕ ਧਰਨਾ ਜਿਹੜਾ ਥਾਣੇ ਦੇ ਬਾਹਰ ਲਗਾਇਆ ਗਿਆ ਕਿ ਕਾਰਵਾਈ ਹੈ ਜਿਹੜੀ ਉਹ ਅਮਲ ਦੇ ਵਿੱਚ ਲਿਆਂਦਾ ਜਾਵੇ, ਮੌਲਾਨਾ ਬੁਖਾਰੀ ਜੀ ਦੇ ਜਿਹੜੇ ਕਤਲ ਦੀ ਇਨਸਾਫ ਕੀਤੀ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਇੱਕ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ, ਧਰਨਾ ਲਾਉਣ ਦੇ ਲਈ ਮਜਬੂਰ ਹੈ, ਪਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਬਿਲਕੁਲ ਕੋਈ ਉਹਨਾਂ ਦਾ ਜਿਹੜਾ ਪੱਖ ਹੈ ਉਹ ਨਹੀਂ ਲੈ ਰਹੀ। ਤੇ ਇੱਥੇ ਮੌਜੂਦ ਇੱਕ ਗੱਲ ਹੋਰ ਕਰਨੀ ਬਣਦੀ ਹੈ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਕ ਅੱਜ ਇੱਥੇ ਸਿੱਖ ਭਾਈਚਾਰੇ ਦੇ ਲੋਕ ਵੀ ਮੁਸਲਿਮ ਭਾਈਚਾਰੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜੁਟੇ ਨੇ। ਬਹੁਤ ਵੱਡੀ ਮਿਸਾਲ ਕਾਇਮ ਕੀਤੀ ਆ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿ ਉਹ ਮੁਸਲਿਮ ਭਾਈਚਾਰੇ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ। ਸੋ ਇਹ ਇਨਸਾਨੀਅਤ ਦੀ ਗੱਲ ਹੈ। ਹਰ ਇੱਕ ਬੰਦੇ ਨੂੰ ਇਨਸਾਨੀਅਤ ਦੇ ਤੌਰ ਤੇ ਮਨੁੱਖ ਨੂੰ ਮਨੁੱਖ ਦਾ ਖਿਆਲ ਰੱਖਣਾ ਚਾਹੀਦਾ। ਹਰ ਇੱਕ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਆ। ਧੰਨਵਾਦ ਜੀ।